सतनाम श्री वाहिगुरु साहिब जी। धन वाहिगुरु साहिब जी। तेरे कवन कवन गुण कह कह गावां, तू साहिब गुणी निधाना। तुमरी महिमा बरन ना सकूं, तू ठाकुर ऊच भगवाना। मैं तान दी बाण तू है मेरे स्वामी, मैं तुद आगे अरदास। मैं होर थाऊं नाही जिस पह करूं बेनंती, मेरा दुख सुख तुद ही पास। बेसुमार अथाह अगणत अतुलै, ज्यों बुलावहो त्यों नानक दास बोलै। परम सन्मानयोग जुगो जुग अटल चावर छत्र तखत दे मालक, हाजरा हजूर जाहरा जहूर सर्ब कला भरपूर। पतित पावन भगत वसल कृपा निधान, दो जहान दे वाली। दसां पातशाहियां दी पावन जोत, धन धन सतगुरु श्री गुरु ग्रंथ साहिब जी महाराज। तिन्हां दी पावन पवित्र हजूरी अंदर महापुरखां दी तपो भूमि गुरुद्वारा भोरा साहिब जी दे पावन पवित्र अस्थानां ते सतगुरां जी दे महान परबां नूं मनाउंदियां होइयां जुड़ मिल बैठे गुरु प्यारे गुरु सवारे सत संगी जनों। सतगुरां जी की अपार बख्शिश कृपा हुई है। सत्कारयोग वड्डे वीर बाबा गुरमेज सिंह जी, तिन्हां दे उद्यम उपराले दे सदका समुचियां इलाके दियां सिख संगतां दे सहयोग दे नाल हर साल की तरह चौथे पातशाह धन गुरु गुरु रामदास महाराज साहब जी के प्रकाश पुरबां नूं मनाउंदियां होइयां अते इस वारी नाल धन गुरु गुरु तेग बहादुर महाराज साहब जी के 400 साला प्रकाश पुरब शताब्दी नूं मुख रखदिआं महापुरखां की याद नूं मनाउंदिआं होइयां गुरमत समागम आयोजित किए जा रहे हैं, जिस दे तहत पिछले लंबे समय तो सिख संगतां वल्लों श्री अखंड पाठ साहिब जी की पावन बाणी दीयां लड़ियां चल रही ने। गुरु पातशाह महाराज जी की कृपा के सदका अज पहले दिन का गुरमत समागम आरंभ होया, जिस की आरंभता ते इलाही पावन बाणी दे कीर्तन आप जी सरवण कर रहे सो। कलयुग मैं कीर्तन प्रधाना, गुरमुख जपिए लाए ध्याना। आप तरै सगले कुल तारै, हर दरग है पत स्यों जाएंदा। सो आओ जिथे इलाही बाणी दे कीर्तन सरवण कीते ने, महापुरखां वल्लों दिते होए समय दे विच रह करके कुछ गुरमत विचारां दे नाल सांझ पाउण दा यतन करिए।
ਸਾਰੇ ਮਾਈ ਭਾਈ ਕਰੋ ਰਸਨਾ ਪਵਿੱਤਰ ਲਵਾਓ, ਗੁਰੂ ਚਰਨਾਂ ਦੇ ਵਿੱਚ ਹਾਜ਼ਰੀ। ਗੁਰੂ ਕੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ, ਜਿਨ੍ਹਾਂ ਦੇ ਸਮੁੱਚੇ ਜੀਵਨ ਤੇ ਝਾਤ ਮਾਰ ਕਰਕੇ ਦੇਖੀਏ ਤੇ ਗਰੀਬ ਨਵਾਜ ਸਤਿਗੁਰੂ ਜੀ ਦਾ ਜਿਹੜਾ ਜੀਵਨ ਦੀ ਆਰੰਭਤਾ ਹੈ, ਉਹ ਸਤਿਗੁਰੂ ਜੀ ਨੇ ਆਪ ਪਾਵਨ ਬਾਣੀ ਦੇ ਅੰਦਰ ਬਿਆਨ ਕੀਤੀ ਹੈ ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ। ਇਹ ਪਾਵਨ ਜੀਵਨ ਦੀ ਆਰੰਭਤਾ ਹੈ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ, ਕਿਉਂਕਿ 1534 ਈਸਵੀ ਦੇ ਅੰਦਰ ਸਾਹਿਬਾਂ ਦਾ ਚੂਨਾ ਮੰਡੀ ਲਾਹੌਰ ਦਾ ਪ੍ਰਕਾਸ਼ ਹੈ। ਗਰੀਬ ਨਵਾਜ਼ ਸਤਿਗੁਰੂ ਜੀ ਦੇ ਬਲਪਨ ਦਾ ਸਮਾਂ ਲਗਭਗ 6-7 ਸਾਲ ਦਾ ਸਮਾਂ ਹੈ, ਜਿਹਦੇ ਵਿੱਚ ਮਾਤਾ ਪਿਤਾ ਦਾ ਛਾਇਆ ਜਿਹੜੇ ਸਿਰ ਤੋਂ ਉੱਠ ਜਾਂਦਾ ਹੈ। ਤੇ ਬਲਪਨ ਦੇ ਅੰਦਰ ਨਾ ਕੋਈ ਭੈਣ ਭਰਾ, ਨਾ ਕੋਈ ਰਿਸ਼ਤੇਦਾਰ, ਨਾ ਕੋਈ ਸੰਬੰਧੀ, ਨਾ ਕੋਈ ਆਸ-ਪਾਸ ਦਾ ਜੀਵ ਕੋਈ ਬਾਂਹ ਫੜਨ ਨੂੰ ਤਿਆਰ ਸੀ। ਕੇਵਲ ਨਾਨੀ ਮਾਂ ਉਹਨਾਂ ਦੇ ਬਚਪਨ ਦਾ, ਬਾਲਪਨ ਦਾ ਸਹਾਰਾ ਬਣੀ ਹੈ ਕਿ ਮੇਰੀ ਇਹ ਬਜ਼ੁਰਗੀ ਦਾ ਸਹਾਰਾ ਬਣ ਜਾਏਗਾ ਤੇ ਮੈਂ ਇਹਦੇ ਬਚਪਨ ਦਾ ਸਹਾਰਾ ਬਣ ਜਾਵਾਂਗੀ। ਦੋਨੋਂ ਅਵਸਥਾ ਐਸੀਆਂ ਨੇ ਜਿਹਦੇ ਵਿੱਚ ਸਹਾਰੇ ਦੀ ਲੋੜ ਪੈਂਦੀ ਹੈ, ਬਚਪਨ ਦੇ ਅੰਦਰ ਵੀ ਤੇ ਬਜ਼ੁਰਗੀ ਦੇ ਵਿੱਚ ਵੀ। ਨਾਨੀ ਮਾਂ ਜਦੋਂ ਆਪਣੇ ਦੋਹਤੇ ਨੂੰ ਲਾਹੌਰ ਤੋਂ ਬਾਸਰ ਕੇ ਵੱਲ ਲੈ ਕਰਕੇ ਆਉਣ ਲੱਗੇ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਭਾਈ ਜੇਠਾ ਜੀ 2-4 ਜਿਹੜੇ ਕੱਪੜੇ ਸਾਨੂੰ ਪੋਟਲੀ ਦੇ ਵਿੱਚ ਬੰਨ੍ਹ ਲਏ ਤੇ ਆਪਣੇ ਘਰ ਨੂੰ ਤਾਲਾ ਮਾਰ ਕੇ ਜਦੋਂ ਤੁਰਨ ਲੱਗੇ ਨੇ ਤੇ ਆਸ-ਪਾਸ ਦੇ ਲੋਕ ਦੇਖਣ ਵਾਲੇ ਉਹ ਵਿਚਾਰ ਕਰਦੇ ਸਨ ਵੀ ਭਾਈ ਜੇਠੇ ਦੇ ਘਰ ਨੂੰ ਤਾਲਾ ਲੱਗ ਗਿਆ, ਪਤਾ ਨਹੀਂ ਇਹ ਖੁੱਲਣਾ ਕਿ ਨਹੀਂ ਖੁੱਲਣਾ। ਹੁਣ ਕੀ ਪਤਾ ਸੀ ਇਹਨਾਂ ਜੀਵਾਂ ਨੂੰ ਕਿ ਆਉਣ ਵਾਲੇ ਸਮੇਂ ਦੇ ਅੰਦਰ ਗੁਰੂ ਨਾਨਕ ਦੇ ਘਰ ਦੀ ਐਸੀ ਬਰਕਤ ਵਰਤਣੀ ਹੈ, ਇਸੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਐਸਾ ਘਰ ਹੋਵੇਗਾ ਜਿਸ ਘਰ ਦੇ 4 ਦਰਵਾਜ਼ੇ ਹੋਣਗੇ, ਜਿਸ ਚੌਹਾਂ ਦੇ ਚੌਹਾਂ ਦਰਵਾਜ਼ਿਆਂ ਨੂੰ ਕਦੀ ਬਾਹਰੋਂ ਤਾਲਾ ਨਹੀਂ ਲੱਗੇਗਾ। ਚੌਹਾਂ ਵਰਨਾਂ ਦੇ ਜੀਵਾਂ ਵਾਸਤੇ ਸਾਂਝਾ ਹੋਏਗਾ, ਚੌਹਾਂ ਦਿਸ਼ਾਵਾਂ ਦੇ ਜੀਵਾਂ ਵਾਸਤੇ ਸਾਂਝਾ ਹੋਏਗਾ, ਪਰ ਇਹਦੇ ਘਰ ਨੂੰ ਕਦੀ ਤਾਲਾ ਨਹੀਂ ਲੱਗੇਗਾ। ਅੱਜ ਵੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੀ ਇਹ ਮਰਿਆਦਾ ਹੈ। ਸ੍ਰੀ ਹਰਿਮੰਦਰ ਸਾਹਿਬ ਜੀ ਦੇ 4 ਦਰਵਾਜ਼ੇ ਨੇ, ਚੌਹਾਂ ਦੇ ਚੌਹਾਂ ਦਰਵਾਜ਼ਿਆਂ ਨੂੰ ਬਾਹਰੋਂ ਤਾਲਾ ਲੱਗਣ ਵਾਲੀ ਕੋਈ ਜਗ੍ਹਾ ਨਹੀਂ ਹੈ। ਰਾਤਰੀ ਦੇ ਸਮੇਂ ਜੇ ਘੰਟਾ 2 ਘੰਟੇ ਵਾਸਤੇ ਸੇਵਾ ਹੁੰਦੀ ਹੈ, ਉਹਨੇ ਸਮੇਂ ਵਾਸਤੇ ਅੰਦਰੋਂ ਸੇਵਾਦਾਰ ਕੁੰਡੀ ਲਾ ਲੈਂਦਾ, ਪਰ ਬਾਹਰੋਂ ਕਦੀ ਦਰਵਾਜ਼ੇ ਨੂੰ ਤਾਲਾ ਨਹੀਂ ਲੱਗਦਾ। ਲੋਕ ਅਨੁਮਾਨ ਲਾਉਂਦੇ ਸਨ, ਅੰਦਾਜ਼ਾ ਲਾਉਂਦੇ ਸਨ ਕਿ ਇਹ ਭਾਈ ਜੇਠਾ ਅਨਾਥ ਹੋ ਗਿਆ, ਬੇਸਹਾਰਾ ਹੋ ਗਿਆ, ਪਰ ਕੀ ਪਤਾ ਸੀ ਇਹਨਾਂ ਨੂੰ ਵੀ ਜਿਹਨੂੰ ਅੱਜ ਅਸੀਂ ਅਨਾਥ ਕਹਿ ਰਹੇ ਹਾਂ, ਬੇਸਹਾਰਾ ਕਹਿ ਰਹੇ ਹਾਂ, ਉਹ ਆਉਣ ਵਾਲੇ ਸਮੇਂ ਦੇ ਅੰਦਰ ਗੁਰੂ ਨਾਨਕ ਦੇ ਘਰ ਦੀ ਕਿਰਪਾ ਦੇ ਨਾਲ ਅਨਾਥਾਂ ਦਾ ਨਾਥ ਬਣੇਗਾ, ਬੇਸਹਾਰਿਆਂ ਦਾ ਸਹਾਰਾ ਬਣੇਗਾ। ਉਹ ਐਸਾ ਮਹਾਨ ਰਹਿਬਰ ਸਾਹਮਣੇ ਪ੍ਰਗਟ ਹੋਏਗਾ ਕਿ ਸਮੁੱਚੀ ਲੋਕਾਈ ਜਿਹੜੀ ਏ ਉਹਨਾਂ ਦੇ ਦਰ ਤੇ ਝੁਕੇਗੀ, ਨਮਸਕਾਰਾਂ ਕਰੇਗੀ। ਨਾਨੀ ਮਾਂ ਦੇ ਨਾਲ ਬਾਸਰਕੇ ਦੀ ਧਰਤੀ ਤੇ ਆਏ ਤੇ ਬਾਸਰਕੇ ਦੀ ਧਰਤੀ ਤੇ ਆ ਕੇ ਨਾਨੀ ਮਾਂ ਨੇ ਬੜੇ ਸੋਹਣੇ ਢੰਗ ਦੇ ਨਾਲ ਬੱਚੇ ਨੂੰ ਕਿਰਤ ਦੇ ਵੱਲ ਪ੍ਰੇਰਿਤ ਕੀਤਾ ਕਿ ਥੋੜੇ ਜਿਹੇ ਚਣੇ ਉਬਾਲ ਕਰਕੇ ਦਿੱਤੇ, ਘੁੰਗਣੀਆਂ ਬਣਾ ਦਿੱਤੀਆਂ, ਉਹ ਵੇਚਣ ਵਾਸਤੇ ਪ੍ਰੇਰਣਾ ਕੀਤੀ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਭਾਈ ਜੇਠਾ ਜੀ ਬਚਪਨ ਦੇ ਅੰਦਰ ਨਗਰ ਦੇ ਵਿੱਚ ਵਿਚਰਦੇ ਨੇ ਤੇ ਨਗਰ ਦੇ ਵਿੱਚ ਗਲੀਆਂ ਦੇ ਵਿੱਚ ਵਿਚਰ ਕਰਕੇ ਆਵਾਜ਼ਾਂ ਦਿੰਦੇ ਨੇ, ਘੁੰਗਣੀਆਂ ਲੈ ਲਓ ਘੁੰਗਣੀਆਂ, ਘੁੰਗਣੀਆਂ ਲੈ ਲਓ ਘੁੰਗਣੀਆਂ। ਕੋਈ 2 ਪੈਸਾ, ਕੋਈ 1 ਪੈਸੇ ਦੀਆਂ ਘੁੰਗਣੀਆਂ ਲੈਂਦਾ।
ਉਹ ਸ਼ਾਮ ਨੂੰ ਜਿੰਨੀ ਵਟਤ ਹੁੰਦੀ ਲਿਆ ਕਰਕੇ ਨਾਨੀ ਮਾਨ ਦੇ ਹੱਥ ਤੇ ਰੱਖ ਦਿੰਦੇ। ਇੱਕ ਦਿਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆਪਣੇ ਨਗਰ ਵਿੱਚ ਆਏ ਸਨ। ਗੁਰੂ ਅਮਰਦਾਸ ਮਹਾਰਾਜ ਜੀ ਦਾ ਨਗਰ ਬਾਸਰ ਕੇ ਗਿੱਲਾਂ। ਇਹ ਨਗਰ ਵਿੱਚ ਆਏ ਤੇ ਜਦੋਂ ਆਪਣੇ ਇਸ ਨਗਰ ਦੇ ਦੋਤੇ ਨੂੰ ਤੱਕਿਆ, ਇਹ ਕਿਰਤ ਕਰਦਿਆਂ ਤੇ ਬੜੇ ਪ੍ਰਸੰਨ ਹੋਏ ਨੇ ਵੀ ਚਲੋ ਸਾਡੇ ਨਗਰ ਦਾ ਇਹ ਦੋਤਾ ਹੈ, ਕਿਸੇ ਦੇ ਅੱਗੇ ਹੱਥ ਨਹੀਂ ਅੜਦਾ, ਆਪਣੀ ਕਿਰਤ ਕਰ ਰਿਹਾ। ਸਿਰ ਤੇ ਹੱਥ ਰੱਖਿਆ ਸਾਹਿਬਾਂ ਨੇ। ਦੂਰ ਦ੍ਰਿਸ਼ਟੀ ਦੇ ਨਾਲ ਸਤਿਗੁਰੂ ਜੀ ਤੱਕਦੇ ਨੇ। ਇੰਨੇ ਨੂੰ ਭਾਈ ਜੇਠਾ ਜੀ ਦੀ ਨਾਨੀ ਮਾਂ ਨੇੜੇ ਆਏ ਤੇ ਕਹਿਣ ਲੱਗੇ, ਬੀਬਾ ਕੇਵਲ ਤੁਹਾਡਾ ਦੋਤਾ ਨਹੀਂ, ਇਹ ਸਾਡਾ ਵੀ ਦੋਤਾ ਹੈ, ਨਗਰ ਦਾ ਦੋਤਾ ਹੈ। ਕਹਿਣ ਲੱਗੇ ਬੜੀ ਸੋਹਣੀ ਕਿਰਤ ਦੇ ਵਿੱਚ ਬੱਚੇ ਨੂੰ ਲਾਇਆ ਹੋਇਆ ਹੈ, ਤੇ ਜੇਕਰ ਇਹ ਬੱਚੇ ਨੇ ਇਹੀ ਕਿਰਤ ਕਰਨੀ ਹੈ ਤੇ ਕਹਿਣ ਲੱਗੇ ਆਓ ਤੁਸੀਂ ਗੋਇੰਦਵਾਲ ਸਾਹਿਬ ਆ ਜਾਓ। ਉੱਥੇ ਬਹੁਤ ਸਾਰੀ ਸੰਗਤ ਦੀ ਆਵਾਜਾਈ, ਜੀਵਾਂ ਦੀ ਆਵਾਜਾਈ ਹੈ ਤੇ ਤੁਹਾਡੇ ਇਹ ਘੁੰਗਣੀਆਂ ਵੀ ਬਹੁਤ ਸਾਰੀਆਂ ਵਿਕਣਗੀਆਂ ਤੇ ਗੁਰੂ ਨਾਨਕ ਦੇ ਘਰ ਦੀ ਸੰਗਤ ਵੀ ਪ੍ਰਾਪਤ ਹੋਏਗੀ। ਸਤ ਬਚਨ ਕਹਿ ਕੇ ਨਾਨੀ ਮਾਂ ਆਪਣੇ ਦੋਤੇ ਨੂੰ ਲੈ ਕੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆ ਗਏ। ਇੱਥੇ ਨਾਲੇ ਘੁੰਗਣੀਆਂ ਵੇਚਣੀਆਂ ਤੇ ਨਾਲ ਨਾਲ ਗੁਰੂ ਘਰ ਦੀ ਸੇਵਾ ਕਮਾਉਣੀ। ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੀ ਸੇਵਾ ਕਰਦਿਆਂ ਐਸੀ ਮਹਾਨ ਲਗਨ ਲੱਗੀ, ਐਸਾ ਪਿਆਰ ਬਣਿਆ। ਇੱਕ ਦਿਨ ਕੋਈ ਮਹਾਤਮਾ, ਕੋਈ ਸਾਧੂ ਜਨ ਆਇਆ ਤੇ ਇਸ ਬੱਚੇ ਰੂਪ ਦੇ ਵਿੱਚ ਭਾਈ ਜੇਠੇ ਨੂੰ ਘੁੰਗਣੀਆਂ ਵੇਚਦਿਆਂ ਹੋਇਆਂ ਦੇਖ ਕੇ ਕਹਿਣ ਲੱਗੇ, ਬੱਚਿਆ ਮੈਨੂੰ ਭੁੱਖ ਬੜੀ ਲੱਗੀ ਹੈ, ਕੁਝ ਘੁੰਗਣੀਆਂ ਖਾਣ ਨੂੰ ਦੇ। ਭਾਈ ਜੇਠਾ ਜੀ ਨੇ ਮੁੱਠ ਭਰ ਕੇ ਦਿੱਤੀ ਤੇ ਖਾ ਕੇ ਕਹਿੰਦੇ ਨੇ, ਬੱਚਿਆ ਭੁੱਖ ਬਹੁਤ ਜ਼ਿਆਦਾ ਤੇ ਤੇਰੀ ਮੁੱਠ ਬੜੀ ਛੋਟੀ ਹੈ, ਹੋਰ ਦੇ, ਅਜੇ ਭੁੱਖ ਨਹੀਂ ਮਿਟੀ। 2 ਵਾਰੀ 3 ਵਾਰੀ ਇਸੇ ਤਰ੍ਹਾਂ ਮੁੱਠਾਂ ਭਰ ਭਰ ਕੇ ਦਿੱਤੀਆਂ ਤੇ ਮਹਾਤਮਾ ਜੀ ਕਹਿੰਦੇ ਨੇ ਵੀ ਨਹੀਂ, ਅਜੇ ਵੀ ਭੁੱਖ ਬਣੀ। ਸਾਰੀ ਦੀ ਸਾਰੀ ਚੰਗੇਰ ਜਿਹੜੀ ਸੀ ਨਾ, ਉਹ ਘੁੰਗਣੀਆਂ ਵਾਲੀ ਮਹਾਤਮਾ ਦੀ ਝੋਲੀ ਢੇਰੀ ਕਰ ਦਿੱਤੀ। ਕਹਿਣ ਲੱਗੇ ਰੱਜ ਕੇ ਛਕੋ, ਤੇ ਆਪ ਉਹਨਾਂ ਨੂੰ ਸੀਸ ਝੁਕਾ ਕੇ ਘਰ ਨੂੰ ਪਰਤ ਆਏ। ਤੇ ਅੱਜ ਨਾਨੀ ਮਾਂ ਨੇ ਸੁਭਾਵਕ ਪੁੱਛ ਲਿਆ ਵੀ ਪੁੱਤਰ ਜੇਠਿਆਂ, ਇੱਕ ਤੇ ਬੜੀ ਜਲਦੀ ਆ ਗਿਆ ਤੇ ਦੂਜਾ ਫਿਰ ਅੱਜ ਦੀ ਵਟਤ, ਕਿਉਂਕਿ ਹੋ ਸਕਦਾ ਨਾ ਪੁੱਛਦੇ ਤੇ ਨਾ ਪਤਾ ਲੱਗਦਾ, ਪਰ ਅੱਜ ਪੁੱਛਿਆ ਤੇ ਨਾਨੀ ਮਾਂ ਨੇ ਜਦੋਂ ਪੁੱਛਿਆ ਵਟਤ ਕਿੱਥੇ ਅੱਜ ਦੀ, ਤੇ ਜਵਾਬ ਦਿੱਤਾ। ਕਹਿਣ ਲੱਗੇ ਨਾਨੀ ਮਾਂ, ਅੱਜ ਦੀ ਵਟਤ, ਅੱਜ ਦੀਆਂ ਘੁੰਗਣੀਆਂ ਜਿਹੜੀਆਂ ਨੇ ਰੱਬ ਦੇ ਲੇਖੇ ਲਾਏ। ਕਹਿਣ ਲੱਗੇ ਰੱਬ ਦੇ ਲੇਖੇ, ਉਹ ਕਿਵੇਂ? ਕਹਿੰਦੇ ਕੋਈ ਮਹਾਤਮਾ ਆਇਆ, ਉਹਨੇ ਘੁੰਗਣੀਆਂ ਮੰਗੀਆਂ, ਭੁੱਖ ਲੱਗੀ ਐ, ਮੈਂ 1-2 ਵਾਰੀ ਦਿੱਤੀ। ਕਹਿਣ ਲੱਗੇ ਹੋਰ ਚਾਹੀਦੀਆਂ ਨੇ, ਮੈਂ ਸਾਰੀ ਚੰਗੇਰ ਉਹਦੀ ਝੋਲੀ ਢੇਰੀ ਕਰ ਆਇਆ, ਇਸ ਲਈ ਨਾਨੀ ਮਾਂ ਅੱਜ ਸਾਰੀਆਂ ਘੁੰਗਣੀਆਂ ਜਿਹੜੀਆਂ ਰੱਬ ਦੇ ਲੇਖੇ। ਨਾਨੀ ਮਾਂ ਦੇ ਹੱਥ ਜੁੜ ਗਏ ਤੇ ਅਰਦਾਸਾਂ ਕੀਤਾ। ਕਹਿਣ ਲੱਗੇ ਹੇ ਮੇਰੇ ਰੱਬਾ, ਮੇਰੇ ਦੋਤੇ ਨੂੰ ਤੂੰ ਦਿਲ ਬੜਾ ਵੱਡਾ ਦਿੱਤਾ ਹੈ। ਕਹਿਣ ਲੱਗੇ ਮਾਲਕਾ ਕਿਰਪਾ ਕਰ, ਰਹਿਮਤ ਕਰ, ਜਿੰਨਾ ਵੱਡਾ ਦਿਲ ਮੇਰੇ ਦੋਤੇ ਨੂੰ ਦਿੱਤਾ ਹੈ ਨਾ, ਇੰਨੀਆਂ ਵੱਡੀਆਂ ਬਰਕਤਾਂ ਵੀ ਇਹਦੀ ਝੋਲੀ ਪਾ ਦੇਵੇ ਕਿ ਇਹ ਦਿੰਦਿਆਂ ਥੱਕੇ ਨਾ, ਵੰਡੀ ਜਾਵੇ। ਪਿਆਰਿਓ, ਇੱਕ ਤੇ ਸਾਧੂ ਪੁਰਖ ਪਤਾ ਨਹੀਂ ਕਿਸ ਰੂਪ ਦੇ ਵਿੱਚ ਮਾਲਕ ਨੇ ਆ ਕਰਕੇ ਇਹ ਰਹਿਮਤਾਂ ਵਰਤਾਉਣੀਆਂ ਨੇ, ਤੇ ਦੂਜੇ ਨੰਬਰ ਤੇ ਪਿਆਰਿਓ ਬਜ਼ੁਰਗਾਂ ਦੀ ਪ੍ਰਾਪਤ ਕੀਤੀ ਹੋਈ ਅਸੀਸ, ਬਜ਼ੁਰਗਾਂ ਦੀ ਕੀਤੀ ਹੋਈ ਅਰਦਾਸ ਜੀਵਨ ਦੇ ਅੰਦਰ ਐਸਾ ਰੰਗ ਲਿਆਉਂਦੀ ਹੈ ਕਿ ਲੋਕ ਤੇ ਪਰਲੋਕ ਜੀਵ ਦਾ ਸਵਾਰ ਕੇ ਰੱਖ ਦਿੰਦੀ ਹੈ। ਦੂਜੇ ਪਾਸੇ ਨਾਲ ਹੋਰ ਬਚਨ ਯਾਦ ਰੱਖਿਓ, ਜੇ ਬਜ਼ੁਰਗਾਂ ਦੀ ਅਸੀਸ ਰੰਗ ਲਿਆਉਂਦੀ ਹੈ ਤੇ ਸਿੱਕੇ ਦੇ 2 ਪਹਿਲੂ ਨੇ, ਕਿਤੇ ਬਜ਼ੁਰਗਾਂ ਦੀ ਬਦ ਅਸੀਸ ਨਾ ਲੈ ਬੈਠੀਏ। ਬਜ਼ੁਰਗਾਂ ਦੀਆਂ ਅਸੀਸਾਂ ਤੇ ਲੈਣੀਆਂ ਚਾਹੀਦੀਆਂ ਨੇ, ਕਦੀ ਬਦ ਅਸੀਸ ਨਾ ਲਈਏ ਜਿਹੜਾ ਲੋਕ ਤੇ ਪਰਲੋਕ ਤੇ ਸਾਡਾ ਵਿਗਾੜ ਕੇ ਰੱਖ ਦੇਵੇ। ਅੱਜ ਨਾਨੀ ਮਾਂ ਨੇ ਅਰਦਾਸਾਂ ਕੀਤਾ ਰੱਬ ਦੇ ਚਰਨਾਂ 'ਚ, ਤੇ ਮਾਲਕ ਨੇ ਕਿਰਪਾ ਕੀਤੀ। ਸੇਵਾ ਕਰਦਿਆਂ, ਘੁੰਗਣੀਆਂ ਵੇਚਦਿਆਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਮਹਿਲ ਮਾਤਾ ਮਨਸਾ ਦੇਵੀ, ਉਹਨਾਂ ਨੇ ਸੁਭਾਵਕ ਬਚਨ ਕੀਤਾ। ਕਹਿਣ ਲੱਗੇ ਪਤੀ ਦੇਵ ਸਤਿਗੁਰੂ ਜੀਓ, ਆਪਣੀਆਂ ਬੱਚੀਆਂ ਜਵਾਨ ਹੋ ਗਈਆਂ ਨੇ ਤੇ ਆਪਣੀ ਭਾਨੀ ਵਾਸਤੇ ਕੋਈ ਯੋਗ ਵਰ ਲੱਭਣਾ ਚਾਹੀਦਾ ਹੈ।
ਤੇ ਸਾਹਿਬ ਰਹਿਮਤ ਦੇ ਘਰ ਵਿੱਚ ਆ ਕੇ ਭਾਗਵਾਨੇ ਕਹਿੰਦੇ ਨੇ ਕਿਹੋ ਜਿਹਾ ਵਰ ਚਾਹੀਦਾ ਹੈ। ਤੇ ਸਾਹਮਣੇ ਭਾਈ ਜੇਠਾ ਜੀ ਨੂੰ ਸੇਵਾ ਕਰਦਿਆਂ ਦੇਖ ਕੇ ਕਹਿੰਦੇ ਨੇ ਜੇ ਉਹੋ ਜਿਹਾ ਨੌਜਵਾਨ ਹੋਵੇ, ਸੋਹਣਾ ਸੁਨੱਖਾ ਹੋਵੇ, ਇਹੋ ਜੀ ਚੁਸਤੀ ਫੁਰਤੀ ਵਾਲਾ ਹੋਵੇ, ਕਿਰਤ ਕਰਨ ਵਾਲਾ ਹੋਵੇ, ਤੇ ਕਹਿਣ ਲੱਗੇ ਸਾਡੀ ਧੀ ਵਾਸਤੇ ਬੜਾ ਯੋਗ ਵਰ ਹੋਏਗਾ। ਤੇ ਗੁਰੂ ਬਾਬੇ ਨੇ ਤੁਰਟ ਕੇ ਕਿਹਾ, ਕਹਿਣ ਲੱਗੇ ਜੇ ਇਹੋ ਜਿਹਾ ਯੋਗ ਵਰ ਚਾਹੀਦਾ ਤੇ ਇਹੋ ਜਿਹਾ ਤੇ ਕੇਵਲ ਇਹੋ ਹੀ ਹੈ, ਕਹਿੰਦੇ ਇਹੋ ਜਿਹਾ ਦੂਸਰਾ ਕੋਈ ਨਹੀਂ। ਉਸੇ ਵੇਲੇ ਬੁਲਾ ਕੇ ਇਹਨਾਂ ਦੀ ਨਾਨੀ ਮਾਂ ਨੂੰ ਗੁਰੂ ਬਾਬੇ ਨੇ ਆਪਣੀ ਧੀ ਦਾ ਨਾਤਾ ਭਾਈ ਜੇਠਾ ਜੀ ਦੇ ਨਾਲ ਜੋੜਿਆ, ਸਗਾਈ ਕਰ ਦਿੱਤੀ ਗਈ। ਕੋਈ ਪਿਆਰਿਓ ਜਾਤ ਪਾਤ ਨਹੀਂ ਪੁੱਛੀ, ਕੋਈ ਕਿਸੇ ਪ੍ਰਕਾਰ ਦੇ ਨਾਲ ਕੋਈ ਇਹਨਾਂ ਦੀ ਕਿਰਤ ਵਿਵਹਾਰ ਨਹੀਂ ਦੇਖੀ ਵੀ ਇਹਨਾਂ ਦੇ ਕੋਲ ਬੈਂਕ ਬੈਲੈਂਸ, ਇਹਨਾਂ ਦੇ ਕੋਲ ਪੈਸੇ ਕਿੰਨੀ ਕਿ ਵੱਡੀ ਕਿਰਤ ਕਰਦੇ ਨੇ। ਬਸ ਕੇਵਲ ਦੇਖਿਆ ਕਿ ਨੌਜਵਾਨ ਦੀ ਰੁਚੀ ਜਿਹੜੀ ਗੁਰੂ ਘਰ ਦੇ ਨਾਲ ਹੈ, ਇਹ ਸਿੱਖੀ ਜੀਵਨ ਵਾਲਾ ਹੈ, ਇਹ ਧਰਮ ਦੀ ਕਿਰਤ ਕਰਨ ਵਾਲਾ ਹੈ। ਜੇ ਅੱਜ ਵੀ ਪਿਆਰਿਓ ਆਪਣੀਆਂ ਬੱਚੀਆਂ ਵਾਸਤੇ ਇਸ ਤਰ੍ਹਾਂ ਦੇ ਕਿਤੇ ਯੋਗ ਵਰ ਲੱਭਣ ਲੱਗ ਜਾਈਏ ਨਾ, ਤੇ ਬਹੁਤ ਵੱਡਾ ਸਮਾਜ ਦਾ ਭਲਾ ਹੋ ਸਕਦਾ ਹੈ। ਅੱਜ ਅਸੀਂ ਚੰਗਾ ਕਾਰੋਬਾਰ ਤੇ ਦੇਖਦੇ ਹਾਂ, ਅੱਜ ਅਸੀਂ ਆਪਣੇ ਬੱਚੀਆਂ ਵਾਸਤੇ ਉਹਨਾਂ ਦੇ ਚੰਗੇ ਬੈਂਕ ਬੈਲੈਂਸ ਤੇ ਦੇਖਦੇ ਹਾਂ, ਚੰਗੇ ਘਰ-ਬਾਰ ਤੇ ਦੇਖਦੇ ਹਾਂ, ਪਰ ਕਦੀ ਉਹਨਾਂ ਦੇ ਸਿੱਖੀ ਜੀਵਨ ਨੂੰ ਨਹੀਂ ਤੱਕਿਆ, ਕਦੀ ਉਹਨਾਂ ਦਾ ਜੀਵਨ ਕਿਤੇ ਨਸ਼ੇੜੀ ਤੇ ਨਹੀਂ, ਕਦੀ ਇਹ ਨਹੀਂ ਤੱਕਿਆ। ਮਾਲਕ ਕਿਰਪਾ ਕਰੇ ਬੱਚੀਆਂ ਵਾਸਤੇ ਇਹ ਯੋਗ ਵਰ ਲੱਭਣੇ ਤੇ ਸਾਹਿਬ ਦੇ ਕੋਲੋਂ ਸਿੱਖੀਏ। ਦੂਜੇ ਨੰਬਰ ਤੇ ਮਾਲਕ ਨੇ ਜੇ ਦਿਨ ਬਰਾਤ ਰੂਪ ਦੇ ਅੰਦਰ, ਲਾੜੇ ਸਰੂਪ ਦੇ ਅੰਦਰ ਸਾਹਿਬ ਦੇ ਘਰ ਟੁਕਾ ਕੀਤਾ, ਆਨੰਦ ਕਾਰਜ ਹੋਇਆ, ਉਹ ਦਿਨ ਪਿਆਰਿਓ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਪੁੱਛਿਆ ਸੀ ਘੋੜੀ ਤੋਂ ਉਤਾਰਦਿਆਂ, ਕਹਿਣ ਲੱਗੇ ਭਾਈ ਜੇਠਿਆ ਨੌਜਵਾਨਾਂ ਦੀਆਂ ਬੜੀਆਂ ਮੰਗਾਂ ਹੁੰਦੀਆਂ ਨੇ, ਦੱਸ ਤੇਰੀ ਵੀ ਕੋਈ ਮੰਗ ਹੈ ਤੇ ਅਸੀਂ ਪੂਰੀ ਕਰ ਸਕਦੇ ਹੋਈਏ ਤੇ ਜ਼ਰੂਰ ਕਰਾਂਗੇ। ਕਹਿੰਦੇ ਮਾਲਕਾ ਕੋਈ ਮੰਗ ਨਹੀਂ। ਦੂਜੀ ਵਾਰੀ ਫਿਰ ਪੁੱਛਿਆ ਤਾਂ ਵੀ ਕਿਹਾ ਮਾਲਕਾ ਤੁਹਾਡਾ ਬੜਾ ਕੁਝ ਦਿੱਤਾ ਹੋਇਆ। ਤੀਜੀ ਵਾਰੀ ਸਾਹਿਬ ਨੇ ਫਿਰ ਬਚਨ ਕੀਤਾ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਗਲ ਵਿੱਚ ਪੱਲਾ ਪਾ ਕੇ ਕਿਹਾ ਪਿਤਾ ਸਤਿਗੁਰੂ ਜੇ ਤੁਸੀਂ ਮੇਰੀ ਮੰਗ ਪੁੱਛਦੇ ਹੋ, ਕੁਝ ਦੇਣਾ ਚਾਹੁੰਦੇ ਹੋ ਨਾ, ਤੇ ਮੇਰੇ ਤੇ ਕਿਰਪਾ ਕਰੋ, ਰਹਿਮਤ ਕਰੋ, ਮੇਰੀ ਝੋਲੀ ਦੇ ਵਿੱਚ ਨਾਮ ਦੀ ਦਾਤ ਪਾ ਦਿਓ। ਮਾਲਕਾ ਪ੍ਰਮਾਤਮਾ ਦੀ ਕੀਰਤੀ ਮੇਰੀ ਰਹੁ ਰੀਤ, ਮੇਰੀ ਮਰਿਆਦਾ ਬਣ ਜਾਏ, ਬਸ ਇਹ ਤੋਂ ਬਿਨਾ ਮੈਨੂੰ ਕੁਝ ਨਹੀਂ ਚਾਹੀਦਾ। ਜਿਹੜੇ ਬਚਨ ਸਾਹਿਬ ਨੇ ਇਹ ਮੰਗ ਰੱਖੀ, ਉਹ ਬਚਨ ਸਾਹਿਬ ਨੇ ਫਿਰ ਬਾਣੀ ਰੂਪ ਦੇ ਵਿੱਚ ਸਾਡੀ ਝੋਲੀ ਪਾਏ। ਮਾਲਕ ਨੇ ਬਚਨ ਕੀਤੇ ਸੀ ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸਰਨਾਏ, ਕਰ ਦਇਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿਰਾਸ। ਪਿਆਰਿਓ ਅੱਜ ਦੀ ਸਾਡੀ ਨੌਜਵਾਨੀ ਜੇ ਗੁਰੂ ਬਾਬੇ ਦੇ ਪ੍ਰਕਾਸ਼ ਪੁਰਬਾਂ ਨੂੰ ਮਨਾਉਂਦਿਆਂ ਹੋਇਆਂ ਸਾਹਿਬ ਦੇ ਜੀਵਨ ਤੋਂ ਜੇ ਸੇਧ ਲੈ ਲਈਏ, ਸਮਾਜ ਦਾ ਬਹੁਤ ਵੱਡਾ ਭਲਾ ਹੋ ਸਕਦਾ ਹੈ। ਅੱਜ ਸਾਡੀਆਂ ਮੰਗਾਂ ਇੰਨੀਆਂ ਵੱਧ ਗਈਆਂ, ਲੰਮੀਆਂ ਲਿਸਟਾਂ ਬਣਾ ਕਰਕੇ ਅਸੀਂ ਅੱਗੇ ਰੱਖ ਦਿੰਦੇ ਹਾਂ, ਜਾਂ ਫਿਰ ਕਿਧਰੇ ਉਧਰੋਂ ਆਨੰਦ ਕਾਰਜ ਦਾ ਸਮਾਂ ਹੋਇਆ ਹੁੰਦਾ ਹੈ, ਉਧਰੋਂ ਮੰਗ ਰੱਖ ਦਿੱਤੀ ਜਾਂਦੀ, ਆਹ ਮੰਗ ਪੂਰੀ ਕਰੋਗੇ ਤੇ ਤਾਂ ਇਹ ਆਨੰਦ ਕਾਰਜ ਹੋ ਸਕਦੇ ਨੇ, ਵਿਆਹ ਕਾਰਜ ਹੋ ਸਕਦਾ, ਨਹੀਂ ਤੇ ਅਸੀਂ ਬਰਾਤ ਇਸ ਤਰ੍ਹਾਂ ਲੈ ਜਾਵਾਂਗੇ। ਪਿਆਰਿਓ ਇਹੀ ਕਾਰਨ ਹੈ ਜਿਹਦੇ ਕਾਰਨ ਕਰਕੇ ਅੱਜ ਬੱਚੀਆਂ ਕੁੱਖਾਂ ਦੇ ਵਿੱਚ ਮਾਰ ਦਿੱਤੀਆਂ ਜਾਂਦੀਆਂ ਨੇ, ਬੱਚੀਆਂ ਨੂੰ ਜੰਮਦੀਆਂ ਨੂੰ ਮਾਰ ਦਿੱਤਾ ਜਾਂਦਾ ਹੈ। ਇਹ ਸਾਡਾ ਆਪਣਾ ਪਿਆਰਿਓ ਦੋਸ਼ ਹੈ। ਇਸੇ ਲਈ ਗੁਰੂ ਬਾਬੇ ਨੇ ਕਿਹਾ ਦੱਦਾ ਹੈ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਸਾਡੇ ਆਪਣੇ ਇਹ ਕਿਰਤ, ਆਪਣੇ ਕਰਮਾਂ ਰੂਪੀ ਕਿਰਤ ਦਾ ਦੋਸ਼ ਹੈ। ਪਰ ਧੰਨ ਗੁਰੂ ਰਾਮਦਾਸ ਮਹਾਰਾਜ ਵਿਆਹ ਕਾਰਜ ਹੋ ਗਿਆ, ਗੁਰੂ ਘਰ ਦੇ ਜਵਾਈ ਬਣ ਗਏ, ਤਾਂ ਵੀ ਪਿਆਰਿਓ ਗੁਰੂ ਘਰ ਦੀ ਸੇਵਾ ਕਰਨੀ, ਟੋਕਰੀ ਢੋਣੀ ਨਹੀਂ ਛੱਡੀ, ਉਹ ਕਿਰਤ ਉਸੇ ਤਰ੍ਹਾਂ ਕਰਦੇ ਰਹੇ। ਰਤਾ ਭਰ ਵੀ ਮਨ ਵਿੱਚ ਕੋਈ ਹੰਕਾਰ ਨਹੀਂ, ਕੋਈ ਹਉਮੈ ਨਹੀਂ ਕਿ ਮੈਂ ਤੇ ਹੁਣ ਇਸ ਘਰ ਦਾ ਜਵਾਈ ਬਣ ਗਿਆ, ਹੁਣ ਮੈਨੂੰ ਟੋਕਰੀ ਢੋਣੀ ਚੰਗੀ ਨਹੀਂ ਲੱਗਦੀ, ਜਾਂ ਹੁਣ ਮੈਂ ਟੋਕਰੀ ਕਿਉਂ ਢੋਵਾਂ। ਇੱਥੋਂ ਤੱਕ ਕਿ ਸਰੀਕੇ ਦੇ ਜੀਵ ਲਾਹੌਰ ਤੋਂ ਆਏ ਸਨ, ਉਹਨਾਂ ਨੇ ਦੇਖ ਕੇ ਤੇ ਕਹਿ ਦਿੱਤਾ ਸੀ ਭਾਈ ਜੇਠਿਆ
ਤੂੰ ਸਾਡੇ ਸਿਰ ਦੇ ਵਿੱਚ ਮਿੱਟੀ ਪਾ ਦਿੱਤੀ। ਕਹਿਣ ਲੱਗੇ ਵੀ ਘਰ ਦਾ ਇਸ ਦਾ ਜਵਾਈ ਹੋ ਕਰਕੇ ਤੇ ਇਸ ਘਰ ਵਿੱਚ ਮਿੱਟੀ ਦੀ ਟੋਕਰੀ ਢੋਵੇਂ। ਕਹਿਣ ਲੱਗੇ ਤੂੰ ਕੁੱਲ ਨੂੰ ਲਾਜ ਲਾ ਦਿੱਤੀ। ਤੇ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨਹੀਂ ਭਾਈ ਸਿੱਖੋ, ਇਹ ਤੇ ਮਾਲਕ ਨੇ ਕਿਰਪਾ ਕੀਤੀ, ਮੈਨੂੰ ਸੇਵਾ ਦਿੱਤੀ। ਕਹਿਣ ਲੱਗੇ ਇਹ ਤੇ ਬੜੇ ਮੇਰੇ ਭਾਗ ਜਾਗੇ ਨੇ, ਗੁਰੂ ਨਾਨਕ ਦੇ ਘਰ ਦੀ ਸੇਵਾ ਮਿਲੀ ਹੈ। ਫਿਰ ਇੱਕ ਦੂਜੇ ਨੂੰ ਕਹਿੰਦੇ ਵੀ ਇਹਨੂੰ ਕੀ ਪਤਾ ਹੈ, ਇਹ ਤੇ ਅਜੇ ਚੜ੍ਹਦੀ ਜਵਾਨੀ ਦੇ ਵਿੱਚ ਹੈ, ਇਹਨੂੰ ਕੋਈ ਆਪਣੀ ਮੱਤ, ਇਹਨੂੰ ਕੋਈ ਸਿਆਣਪ ਨਹੀਂ। ਕਹਿਣ ਲੱਗੇ ਇਹਦੇ ਸਹੁਰਾ ਸਾਹਿਬ ਦੇ ਕੋਲ ਜਾਂਦੇ ਆ, ਉਹ 70-72 ਉੱਪਰ ਬਜ਼ੁਰਗੀ ਦੇ ਵਿੱਚ ਨੇ, ਉਹਨਾਂ ਨੂੰ ਜਾ ਕੇ ਕਹਿੰਦੇ ਵੀ ਇਹ ਕੀ ਕੀਤਾ ਜੇ, ਇਹਨੂੰ ਸਾਡੇ ਬੱਚੇ ਨੂੰ ਨਹੀਂ ਪਤਾ, ਤੁਹਾਨੂੰ ਤੇ ਪਤਾ ਹੈ ਨਾ ਵੀ ਜਵਾਈ ਭਾਈ ਨੂੰ ਕਿਵੇਂ ਸੰਭਾਲੀਦਾ। ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਆ ਗਏ ਤੇ ਇਹਨੇ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇੜੇ ਆ ਕੇ ਕਹਿੰਦੇ ਸਤਿਗੁਰੂ ਮਾਲਕਾ, ਇਹਨਾਂ ਦੀ ਇਸ ਗਲਤੀ ਨੂੰ ਚਿਤਾਰਿਓ ਨਾ, ਇਹਨਾਂ ਵੱਲੋਂ ਮੈਂ ਮੁਆਫੀ ਮੰਗਦਾ। ਪਾਤਸ਼ਾਹ ਸੋਝੀ ਦਿਓ, ਪਤਾ ਲੱਗੇ ਗੁਰੂ ਨਾਨਕ ਦੇ ਘਰ ਦੀ ਸੇਵਾ ਕੀ ਹੁੰਦੀ। ਉਹਨਾਂ ਨੂੰ ਰਤਾਂ ਭਰ ਵੀ ਇਸ ਤਰ੍ਹਾਂ ਦਾ ਕੋਈ ਵਿਚਾਰ ਨਹੀਂ ਆਉਣ ਦਿੱਤਾ ਵੀ ਇਹ ਗੁਰੂ ਨਾਨਕ ਦੇ ਘਰ ਨੂੰ, ਗੁਰੂ ਅਮਰਦਾਸ ਮਹਾਰਾਜ ਜੀ ਨੂੰ ਕੋਈ ਦੋਸ਼ ਦੇ ਸਕਣ। ਐਸੀ ਸੇਵਾ, ਐਸੀ ਟਹਿਲ, ਐਸੀ ਭਾਵਨਾ। ਗੁਰੂ ਮਾਲਕ ਨੇ 1574 ਈਸਵੀ ਦੇ ਅੰਦਰ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਪਣੇ ਦੋਨਾਂ ਜਵਾਈਆਂ ਨੂੰ, ਦੂਸਰੇ ਸਨ ਭਾਈ ਰਾਮਾ ਜੀ, ਦੋਨਾਂ ਨੂੰ ਥੜੇ ਬਣਾਉਣ ਵਾਸਤੇ ਗੁਰੂ ਮਾਲਕ ਨੇ ਪ੍ਰੇਰਣਾ ਕੀਤੀ ਸੀ। ਸਵੇਰੇ ਕਹਿ ਕੇ ਜਾਂਦੇ ਸਨ, ਸ਼ਾਮ ਨੂੰ ਆ ਕੇ ਢਹਾ ਦਿੰਦੇ ਸੀ। 2 ਦਿਨ ਇਸੇ ਤਰ੍ਹਾਂ ਕਾਰਜ ਚੱਲਦਾ ਰਿਹਾ। ਭਾਈ ਰਾਮਾ ਜੀ ਕਹਿੰਦੇ ਸੀ ਬਾਪੂ ਜਿਵੇਂ ਤੁਸੀਂ ਕਹਿ ਕੇ ਜਾਂਦੇ ਹੋ ਬਣਾਉਂਦੇ ਤੇ ਉਵੇਂ ਦੇ ਆ, ਤੁਸੀਂ ਕਹਿ ਕੇ ਭੁੱਲ ਜਾਂਦੇ, ਹੁਣ ਅਸੀਂ ਕੀ ਕਰ ਸਕਦੇ। ਪਰ ਭਾਈ ਜੇਠਾ ਗੁਰੂ ਰਾਮਦਾਸ ਮਹਾਰਾਜ ਜੀ ਹੱਥ ਜੋੜ ਕੇ ਕਹਿੰਦੇ ਸੀ ਪਾਤਸ਼ਾਹ ਤੁਹਾਡੇ ਵਾਸਤੇ ਥੜਾ ਬਣਾਉਣਾ ਹੋਵੇ ਤੇ ਸਾਡੇ ਕੋਲ ਕਿੱਥੇ ਸਮਰੱਥਾ, ਕਿੱਥੇ ਤਾਕਤ ਹੈ। ਆਪ ਹੀ ਤੁਸੀਂ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਕਰਾਓ ਤੇ ਹੋ ਸਕਦੀ, ਨਹੀਂ ਤੇ ਸਾਡੇ ਕੋਲ ਕੋਈ ਤਾਕਤ ਨਹੀਂ। ਤੀਜੇ ਦਿਨ ਵੀ ਜਦੋਂ ਇਸੇ ਤਰ੍ਹਾਂ ਕੀਤਾ ਗਿਆ ਤੇ ਭਾਈ ਰਾਮੇ ਨੇ ਹਥਿਆਰ ਛੁੱਟ ਦਿੱਤੇ ਸੀ, ਬਾਪੂ ਜਦੋਂ ਕੋ ਬਣਦਾ ਬਣਾ ਲੈ, ਮੇਰੇ ਕੋਲ ਨਹੀਂ ਹੋਰ ਬਣਦਾ। ਪਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਚਰਨ ਫੜ ਲਏ ਸਨ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਤੁਰਟ ਕੇ ਕਿਹਾ ਸੀ, ਉਹ ਭਾਈ ਸਿੱਖੋ, ਮੈਂ ਕੋਈ ਆਪਣੇ ਬੈਠਣ ਵਾਸਤੇ ਥੜਾ ਥੋੜਾ ਬਣਵਾ ਰਿਹਾ ਸੀ ਕਿ ਨਾ ਥੜਿਆਂ ਤੇ ਮੈਂ ਬਹਿਣਾ। ਕਹਿੰਦੇ ਮੈਂ ਤੇ ਦੇਖਣਾ ਚਾਹੁੰਦਾ ਸਾਂ ਕਿਸ ਹਿਰਦੇ ਅੰਦਰ ਸ਼ਰਧਾ ਰੂਪੀ ਥੜਾ ਬਣਿਆ ਹੋਇਆ, ਉਸ ਹਿਰਦੇ ਤੇ ਮੈਂ ਜੋਤ ਕਰਕੇ ਟਿਕ ਸਕਾਂ, ਬਹਿ ਸਕਾਂ। ਕਹਿੰਦੇ ਉਹ ਜੋਤ ਕਰਕੇ ਜਿਹੜਾ ਮੇਰੀ ਬੈਠਣ ਦੇ ਵਾਸਤੇ ਥੜਾ ਬਣਿਆ ਹੋਇਆ, ਉਹ ਭਾਈ ਜੇਠੇ ਦੇ ਅੰਦਰ ਬਣਿਆ ਹੋਇਆ। ਗੁਰੂ ਬਾਬੇ ਨੇ 1574 ਈਸਵੀ ਦੇ ਅੰਦਰ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਰਾਮਦਾਸ ਮਹਾਰਾਜ ਭਾਈ ਜੇਠਾ ਜੀ ਨੂੰ ਗੁਰਿਆਈ ਦੀ ਦਾਤ ਬਖਸ਼ਿਸ਼ ਕੀਤੀ। ਬਾਬਾ ਬੁੱਢਾ ਸਾਹਿਬ ਜੀ ਨੇ ਗੁਰਿਆਈ ਦੀ ਰਸਮ ਅਦਾ ਕੀਤੀ। 5 ਪੈਸੇ ਨਲੀਰ ਰੱਖ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਨਮਸਕਾਰ ਕੀਤੀ, ਪਰਿਕਰਮਾ ਕੀਤੀਆਂ ਨਾ ਜੀ, ਤੇ ਨਮਸਕਾਰ ਕਰਨ ਤੋਂ ਬਾਅਦ ਪੁੱਛਦੇ ਨੇ, ਕਹਿੰਦੇ ਅੱਜ ਤੁਸੀਂ ਭਾਈ ਜੇਠੇ ਤੋਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਹੋ ਕੇ ਤਖਤ ਤੇ ਬੈਠੇ ਹੋ, ਤੁਹਾਨੂੰ ਕਿਵੇਂ ਦਾ ਪ੍ਰਤੀਤ ਹੋ ਰਿਹਾ ਜੀ। ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਨੇਤਰਾਂ ਤੋਂ ਵੈਰਾਗ ਦਾ ਜਲ ਵਹਿ ਤੁਰਿਆ, ਇੰਨਾ ਵੈਰਾਗ ਦਾ ਜਲ ਵਹਿਆ, ਇੰਨਾ ਵੈਰਾਗ ਦਾ ਜਲ ਤੁਰਿਆ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਰਾਮਦਾਸ ਜੀ ਕੀ ਗੱਲ ਹੋ ਗਈ ਹੈ, ਤੁਸੀਂ ਇੰਨਾ ਵੈਰਾਗ ਕਿਉਂ ਕਰਦੇ ਪਏ ਹੋ। ਕਹਿੰਦੇ ਮਾਲਕਾ ਤੁਸੀਂ ਪੁੱਛ ਰਹੇ ਹੋ ਨਾ ਵੀ ਕਿਵੇਂ ਦਾ ਪ੍ਰਤੀਤ ਹੋ ਰਿਹਾ। ਕਹਿੰਦੇ ਮਾਲਕਾ ਜਦੋਂ ਤੁਸੀਂ ਨਮਸਕਾਰ ਕੀਤੀ, ਪਰਿਕਰਮਾ ਕੀਤੀਆਂ, ਕਹਿੰਦੇ ਉਸ ਸਮੇਂ ਦੇ ਅੰਦਰ ਮੈਨੂੰ ਆਪਣੇ ਪਿਛਲੇ ਜੀਵਨ ਦੀ ਸਾਰੀ ਝਾਤ ਸਾਹਮਣੇ ਆ ਗਈ। ਮਾਲਕਾ ਸਮਾਂ ਸੀ ਜਦੋਂ ਲਾਹੌਰ ਦੀਆਂ ਗਲੀਆਂ ਦੇ ਵਿੱਚ ਰੁਲਦਾ ਫਿਰਦਾ ਸਾਂ, ਕੋਈ ਬਾਹ ਨਹੀਂ ਸੀ ਫੜਦਾ। ਮਾਲਕਾ ਮੈਨੂੰ ਕਹਿੰਦੇ ਸੀ ਅਨਾਥ ਹੋ ਗਿਆ, ਬੇਸਹਾਰਾ ਹੋ ਗਿਆ। ਮਾਲਕਾ ਤੂੰ ਇੰਨੀ ਦਇਆ ਕੀਤੀ, ਇੰਨੀ ਰਹਿਮਤ ਕੀਤੀ ਹੈ ਕਿ ਇੱਕ ਬੇਸਹਾਰਿਆਂ ਦਾ ਤੂੰ ਸਹਾਰਾ ਬਣਾ ਦਿੱਤਾ, ਅਨਾਥਾਂ ਦਾ ਨਾਥ ਬਣਾ ਦਿੱਤਾ। ਮਾਲਕਾ ਤੂੰ ਤਖਤ ਤੇ ਬਿਠਾ ਦਿੱਤਾ, ਸ਼ਹਿਨਸ਼ਾਹ ਮੈਨੂੰ ਪਾਤਸ਼ਾਹਾਂ ਦਾ ਪਾਤਸ਼ਾਹ ਥਾਪ ਦਿੱਤਾ। ਮਾਲਕਾ ਮੈਨੂੰ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਇੱਕ ਤੂੰ ਕੀੜੇ ਨੂੰ ਪਾਤਸ਼ਾਹੀ ਬਖਸ਼ ਦਿੱਤੀ ਹੋਵੇ, ਇਹ ਕੀੜੇ ਨੂੰ ਚੱਕ ਕੇ ਤਖਤ ਤੇ ਬਿਠਾ ਦਿੱਤਾ ਹੋਵੇ। ਜੋ ਗੁਰੂ ਬਾਬੇ ਨੇ ਬਚਨ ਕਹੇ ਨੇ ਨਾ, ਜਿੱਤੋਂ ਮੈਂ ਆਰੰਭਤਾ ਕੀਤੀ ਸੀ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਤੇ ਗੁਰੂ ਬਾਬੇ ਨੇ ਬਚਨ ਉਚਾਰੇ ਸਨ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣ ਹੋ ਆਪੇ,
हम रुलते फिरते कोई बात ना पूछता, गुर सतगुर संग कीरे हम थापे। धन धन गुरु नानक जन केरा, जित मिलिया चुके सब सोग संतापे। गुरु नानक दा दर धन है, ਜਿਹਦੇ ਮਿਲਿਆ ਮੇਰੇ ਸਾਰੇ ਸੋਗ ਤੇ ਸੰਤਾਪ ਚਲੇ ਗਏ। ਪਿਆਰਿਓ, ਕੋਈ ਅਨੁਮਾਨ, ਕੋਈ ਅੰਦਾਜ਼ਾ ਲਾ ਸਕਦਾ ਸੀ ਗੁਰੂ ਰਾਮਦਾਸ ਘਰ ਦਾ ਸੁਨਹਿਰੀ ਮੰਦਰ ਹੋਏਗਾ, ਸੁਨਹਿਰੀ ਘਰ ਹੋਏਗਾ ਉਹਦੇ 4 ਦਰਵਾਜ਼ੇ ਹੋਣਗੇ, ਚੌਹਾਂ ਵਰਨਾਂ ਵਾਸਤੇ, ਚੌਹਾਂ ਦਿਸ਼ਾਵਾਂ ਦੇ ਜੀਵਾਂ ਵਾਸਤੇ ਸਾਂਝਾ ਘਰ ਹੋਏਗਾ। ਫਿਰ ਉਹਦਾ ਘਰ ਜਿਹਨੂੰ ਕਹਿੰਦੇ ਸੀ ਇਹ ਅਨਾਥ ਹੈ, ਬੇਸਹਾਰਾ ਹੈ, ਇਹਦਾ ਟੁੱਕ ਬਰਕੀ ਕਿਵੇਂ ਚੱਲੇਗਾ? ਕਿਸੇ ਨੂੰ ਪਤਾ ਸੀ ਕਿ ਲੱਖਾਂ ਪ੍ਰਾਣੀ ਦਿਨ ਰਾਤ ਰੋਜ਼ ਉੱਥੋਂ ਭੋਜਨ ਛਕਣ, ਪਰ ਗੁਰੂ ਨਾਨਕ ਦੇ ਘਰ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਅੱਜ ਤੱਕ ਕੋਈ ਭੁੱਖ ਦੇ ਨਾਲ ਕਦੀ ਮਰਿਆ ਨਹੀਂ। ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੀ ਐਸੀ ਬਰਕਤ। ਤੇ ਪਿਆਰਿਓ, ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜਿਹਨੂੰ ਤਖਤ ਮਿਲਿਆ ਤੇ ਇਹ ਸਿਖਰਤਾ ਸੀ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਐਸੇ ਸਾਹਿਬ ਦੇ ਦਰ ਤੇ ਪਿਆਰਿਓ ਕਿਸੇ ਨੇ ਇੱਕ ਦਿਨ ਵੀ ਭਾਵਨਾ ਦੇ ਨਾਲ ਸੇਵਾ ਕਮਾਈ ਹੈ ਨਾ, ਗੁਰੂ ਬਾਬੇ ਨੇ ਉਹਨਾਂ ਦੀਆਂ ਝੋਲੀਆਂ ਵੀ ਰਹਿਮਤਾਂ ਨਾਲ ਭਰ ਦਿੱਤੀਆਂ, ਉਹਨਾਂ ਦੀਆਂ ਵੀ ਗਰੀਬੀਆਂ ਕੱਟ ਦਿੱਤੀਆਂ, ਉਹਨਾਂ ਦਾ ਵੀ ਲੋਕ ਤੇ ਪਰਲੋਕ ਸਵਾਰ ਦਿੱਤਾ। ਆ ਤਰਨ ਤਾਰਨ ਸਾਹਿਬ ਦੇ ਨੇੜੇ ਇੱਕ ਨਗਰ ਹੈ ਜੀ, ਨੂਰ ਦੀ ਸਰਾਂ। ਇਸ ਨੂਰ ਦੀ ਸਰਾਂ ਤੋਂ ਇੱਕ ਮੁਸਲਮਾਨ ਸਾਡਾ ਭਰਾ ਸੀ, ਨੂਰਾ ਉਹਦਾ ਨਾਮ ਹੈ, ਇਤਿਹਾਸ ਨੇ ਦਿੱਤਾ। ਉਹਨੂੰ ਪਤਾ ਲੱਗਾ ਕਿ ਗੁਰੂ ਪਾਤਸ਼ਾਹ ਮਹਾਰਾਜ ਅੰਮ੍ਰਿਤਸਰ ਸਾਹਿਬ ਅੰਮ੍ਰਿਤ ਸਰੋਵਰ ਦੀ ਰਾਮਦਾਸ ਚੱਕ, ਰਾਮਦਾਸਪੁਰ ਦੇ ਅੰਦਰ ਅੰਮ੍ਰਿਤ ਸਰੋਵਰ ਦੀ ਸੇਵਾ ਕਰਵਾ ਰਹੇ ਨੇ। ਉੱਥੇ ਬੜੀ ਸੰਗਤ ਸੇਵਾ ਕਰਦੀ ਹੈ ਤੇ ਸਤਿਗੁਰੂ ਜੀ ਨੇ ਬਹੁਤ ਸਾਰੇ ਮਿਹਨਤੀ ਮਜ਼ਦੂਰ ਲੋਕ ਵੀ ਨਾਲ ਲਾਏ ਹੋਏ ਨੇ, ਜਿਨ੍ਹਾਂ ਨੂੰ ਦਿਹਾੜੀ ਮਿਲਦੀ ਸੀ। ਇਹਨੇ ਵਿਚਾਰ ਕੀਤੀ ਵੀ ਮੇਰੇ ਕੋਲ ਇੱਕ ਗਧੀ ਹੈ, ਖੋਤੀ ਹੈ, ਤੇ ਉਸ ਖੋਤੀ ਦੇ ਨਾਲ ਮੈਂ ਕੁਝ ਭਾਰ ਢੋ ਕੇ ਭਾੜਾ ਮਿਲਦਾ, 2 ਪੈਸੇ ਕਮਾਉਣਾ, ਘਰ ਦਾ ਗੁਜ਼ਾਰਾ ਚੱਲਦਾ, ਤੇ ਕਿਉਂ ਨਾ ਹੋਵੇ ਜੇ ਰੋਜ਼ਾਨਾ ਦੀ ਦਿਹਾੜੀ ਸਾਹਿਬ ਦੇ ਘਰ ਵਿੱਚ ਮੈਨੂੰ ਮਿਲ ਜਾਏ, ਮੇਰੇ ਘਰ ਦਾ ਗੁਜ਼ਾਰਾ ਸੌਖਾ ਚੱਲੇਗਾ। ਅੱਜ ਵੀ ਜਿਹੜੇ ਦਿਹਾੜੀਦਾਰ ਲੋਕ ਨੇ ਉਹਨਾਂ ਨੂੰ ਪਤਾ ਹੈ ਵੀ ਜਿੱਥੇ ਉਹਨਾਂ ਨੂੰ 300 ਦਿਹਾੜੀ 400 ਦਿਹਾੜੀ ਮਿਲਦੀ ਹੈ ਨਾ ਜੀ, ਤੇ ਜੇ ਉਹਨਾਂ ਨੂੰ ਰੂਟੀਨ ਦੇ ਵਿੱਚ ਰੋਜ਼ਾਨਾ ਦਿਹਾੜੀ ਮਿਲਣ ਲੱਗ ਜਾਏ ਤੇ ਉੱਥੇ ਉਹ 200 250 ਦਿਹਾੜੀ ਲੈਣ ਨੂੰ ਵੀ ਤਿਆਰ ਹੁੰਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਇੱਥੇ ਮੇਰੀ ਦਿਹਾੜੀ ਟੁੱਟਣੀ ਨਹੀਂ। ਤੇ ਜਿੱਥੇ ਬਾਹਰ ਉਹਨਾਂ ਨੂੰ 300 400 ਮਿਲੇ, ਉਹ ਕਹੇਗਾ ਵੀ ਜੇ ਮਹੀਨੇ ਦੇ ਵਿੱਚ 10 ਦਿਹਾੜੀਆਂ 5 ਦਿਹਾੜੀਆਂ ਟੁੱਟ ਗਈਆਂ ਤੇ ਕੰਮ ਤੇ ਫਿਰ ਉੱਥੇ ਆ ਜਾਣਾ। ਇਹਨੇ ਜੀਵ ਨੇ ਸੋਚਿਆ, ਭਾਈ ਨੂਰੇ ਨੇ, ਮੁਸਲਮਾਨ ਹੈ, ਗੁਰੂ ਦੇ ਘਰ ਵਿੱਚ ਆਇਆ। ਗੁਰੂ ਰਾਮਦਾਸ ਮਹਾਰਾਜ ਜੀ ਬੈਠੇ ਸਨ ਥੜਾ ਸਾਹਿਬ ਤੇ, ਸੇਵਾ ਕਰਵਾ ਰਹੇ ਨੇ, ਤੇ ਮਾਲਕ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਕੀਤੀ ਤੇ ਬੇਨਤੀ ਕੀਤੀ, ਪਾਤਸ਼ਾਹ ਜੇ ਤੁਹਾਡੀ ਆਗਿਆ ਹੋਵੇ ਤੇ ਇੱਥੇ ਦਿਹਾੜੀ ਦੇ ਵਿੱਚ ਮੈਂ ਲੱਗ ਜਾਵਾਂ। ਪਾਤਸ਼ਾਹ ਘਰ ਵਿੱਚ ਗਰੀਬੀ ਬੜੀ ਹੈ, ਤੇ ਜੇ 2 ਪੈਸੇ ਮੈਨੂੰ ਦਿਹਾੜੀ ਮਿਲ ਜਾਏਗੀ ਤੇ ਮੇਰੇ ਘਰ ਦਾ ਗੁਜ਼ਾਰਾ ਚੱਲਣ ਲੱਗ ਜਾਏਗਾ। ਸਾਹਿਬ ਕਹਿਣ ਲੱਗੇ, ਆਓ ਜੀਓ ਆਇਆਂ ਨੂੰ। ਇਹਨੇ ਦਿਹਾੜੀ ਲਾਉਣੀ ਸ਼ੁਰੂ ਕੀਤੀ ਤੇ ਦਿਹਾੜੀ ਤੈਨੂੰ ਕੰਮ ਕੀ ਮਿਲਿਆ? ਇਹਨੇ ਉਸੇ ਖੋਤੀ ਦੇ ਨਾਲ ਜਿਹੜੇ ਆਵੇ ਲੱਗੇ ਹੋਏ ਸਨ ਉੱਥੋਂ ਇੱਟਾਂ ਲੱਦਣੀਆਂ, ਉਹ ਗੁਰੂ ਕੇ ਸਰੋਵਰਾਂ ਵਾਸਤੇ ਲਿਆਉਣੀਆਂ, ਉਹ ਇੱਟਾਂ ਲੱਦ ਕੇ ਲਿਆ ਕੇ ਰੱਖਣੀਆਂ। ਜੇ ਕੋਈ ਹੋਰ ਵਸਤੂ ਦੀ ਲਿਆਉਣ ਦੀ ਲੋੜ ਪੈਂਦੀ ਉਹ ਲੱਦ ਕੇ ਨਾਲ ਇਹਨੇ ਲਿਆਉਣੀ, ਕੁਝ ਆਪ ਇਹਨੇ ਚੁੱਕ ਲੈਣਾ, ਕੁਝ ਖੋਤੀ ਤੇ ਲੱਦ ਲੈਣਾ, ਲਿਆ ਕੇ ਸੇਵਾ ਕਰਨੀ, ਤੇ ਸ਼ਾਮ ਨੂੰ ਦਿਹਾੜੀ ਦੇ ਪੈਸੇ ਮਿਲਣੇ। ਇੱਕ ਦਿਨ ਸੰਗਤ ਕਰਦਿਆਂ ਮਨ ਵਿੱਚ ਵਿਚਾਰ ਆਈ ਹੈ ਵੀ ਇੱਥੇ ਗੁਰੂ ਨਾਨਕ ਦੇ ਘਰ ਵਿੱਚ, ਗੁਰੂ ਰਾਮਦਾਸ ਦੇ ਘਰ ਵਿੱਚ ਸੇਵਾ ਸੰਗਤ ਕਮਾ ਰਹੀ ਹੈ, ਤੇ ਉਸ ਸੰਗਤ ਵਿੱਚ ਜਿਹੜੀ ਸੇਵਾ ਸੰਗਤ ਕਮਾ ਰਹੀ ਹੈ, ਕੋਈ ਆਪਣੀ ਕਿਰਤ ਦੇ ਵਿੱਚੋਂ 10ਵਾਂ ਹਿੱਸਾ ਲਿਆ ਕੇ ਗੁਰੂ ਦੇ ਚਰਨਾਂ ਵਿੱਚ ਭੇਟਾ ਕਰਦਾ ਹੈ। ਕੋਈ ਆਪਣੀ ਕਿਰਤ ਕਮਾਈ ਦੇ ਵਿੱਚੋਂ ਕਿੰਨਾ ਹਿੱਸਾ, ਕੋਈ ਕਿੰਨਾ ਹਿੱਸਾ, ਤੇ ਇੱਥੋਂ ਤੱਕ ਵੀ ਸੰਗਤ ਨੂੰ ਦੇਖਿਆ ਵੀ ਇਹ ਤੇ ਆਪਣਾ ਭੋਜਨ ਵੀ ਨਾਲ ਘਰਾਂ ਤੋਂ ਲੈ ਕੇ ਆਉਂਦੇ ਨੇ, ਗੁਰੂ ਘਰ ਵਿੱਚੋਂ ਛਕਦੇ ਵੀ ਨਹੀਂ, ਪਰ ਸਾਰਾ ਦਿਨ ਸੇਵਾ ਕਮਾ ਕੇ ਜਾਂਦੇ। ਇੰਨਾ ਸੰਗਤ ਦਾ ਰੰਗ ਲੱਗਾ, ਵਿਚਾਰ ਆਈ ਵੀ ਮੈਂ ਤੇ ਗਰੀਬ ਹਾਂ, ਮੈਂ ਗੁਰੂ ਘਰ ਵਿੱਚ ਕੀ ਦੇ ਸਕਦਾ? ਤੇ ਮਨ ਵਿੱਚ ਵਿਚਾਰ ਆਈ ਹੈ, ਜੇ ਬਹੁਤਾ ਨਹੀਂ ਤੇ 1 ਦਿਹਾੜੀ 10 ਦੇ ਵਿੱਚੋਂ ਗੁਰੂ ਦੇ ਲੇਖੇ ਲਾ ਦਿਆ ਕਰਾਂ ਤੇ 9 ਦਿਹਾੜੀਆਂ ਦੇ ਪੈਸੇ ਲੈ ਲਿਆ ਕਰੂੰਗਾ। ਦੇਖੋ, ਰੰਗ ਲਾਗਤ ਹੈ, ਭ੍ਰਮ ਭਾਗਤ ਹੈ। ਗੁਰੂ ਕੀ ਸੰਗਤ ਦਾ ਨਾਮ ਦਾ ਰੰਗ ਲੱਗਦਿਆਂ ਲੱਗ ਜਾਂਦਾ ਹੈ ਜੀ।
ਪਰ ਗੁਰੂ ਕੀ ਸੰਗਤ ਵਿੱਚ ਆ ਕੇ ਨਿਰਮਾਣਤਾ ਬਣੇ। ਮਾਲਕ ਕਿਰਪਾ ਕਰੇ, ਰਹਿਮਤ ਕਰੇ। ਨਿਰਮਾਣਤਾ ਦੇ ਨਾਲ, ਨਿਵਾਣਪਨ ਦੇ ਨਾਲ, ਨਿਮਰਤਾ ਭਾਵ ਦੇ ਨਾਲ ਫਲ ਲੱਗਦੇ ਨੇ ਜੀਵਨ ਅੰਦਰ। ਜਦੋਂ ਗੁਰੂ ਬਾਬੇ ਦੇ ਦਰ ਤੇ ਇੱਕ ਦਿਹਾੜੀ ਇਹਨੇ ਲਾਉਣੀ ਸ਼ੁਰੂ ਕੀਤੀ ਲੇਖੇ ਦੇ ਵਿੱਚ, ਤੇ ਗੁਰੂ ਰਾਮਦਾਸ ਮਹਾਰਾਜ ਸਤਿਗੁਰੂ ਜੀ ਸਾਹਮਣੇ ਬੈਠੇ ਨੇ। ਉਸ ਕਤਾਰ ਦੇ ਵਿੱਚ ਜਿੱਥੇ ਸੰਗਤ ਆ ਕੇ ਪਿਆਰ ਲੈ ਲਈਏ, ਸਿਰਪਾਓ ਲੈ ਰਹੀਏ, ਇਹ ਉਸ ਲਾਈਨ ਦੇ ਵਿੱਚ ਖੜਾ ਹੋ ਗਿਆ ਜੀ। ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਜਦੋਂ ਪਾਸ ਆਇਆ ਨਾ ਆਪਣੀ ਵਾਰੀ ਦੇ ਅਨੁਸਾਰ, ਤੇ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਉਹ ਬਜ਼ੁਰਗਾ ਤੂੰ ਦਿਹਾੜੀ ਨਹੀਂ ਲੈਂਦਾ? ਕਹਿਣ ਲੱਗਾ ਜੀ ਲੈਂਦਾ। ਕਹਿੰਦੇ ਆਹ ਜਿਹੜੀ ਲਾਈਨ ਵਿੱਚ ਤੂੰ ਖੜਾ ਹੈ, ਇਹ ਲਾਈਨ ਤੇ ਪਿਆਰ ਲੈਣ ਵਾਲਿਆਂ ਦੀ ਹੈ। ਦੇਖੋ ਪਿਆਰਿਓ, ਇੱਕ ਹੁੰਦਾ ਗੁਰੂ ਕੋਲੋਂ ਪਿਆਰ ਲੈਣਾ, ਤੇ ਇੱਕ ਹੁੰਦਾ ਸਾਡੇ ਵਰਗੇ ਮਿਹਨਤੀ ਮਜ਼ਦੂਰ। ਅਸੀਂ ਵੀ ਮਿਹਨਤ ਕਰਦੇ ਹਾਂ ਜੀ। ਗੁਰੂ ਮਾਲਕ ਨੇ ਭਾਵੇਂ ਆਪਣੇ ਦਰ ਤੇ ਸੇਵਾ ਦਿੱਤੀ, ਅਸੀਂ ਉਨੀ ਕੀ ਸੇਵਾ ਲੈ ਲੈਨੇ, ਮਿਹਨਤ ਲੈ ਲੈਨੇ ਆਪਣੀ। ਤੇ ਇੱਕ ਹੁੰਦਾ ਤੁਸੀਂ ਪਿਆਰ ਵਾਲੇ ਆਉਂਦੇ ਹੋ ਤੇ ਗੁਰੂ ਕੋਲੋਂ ਪਿਆਰ ਲੈ ਕੇ ਜਾਂਦੇ ਹੋ। ਗੁਰੂ ਬਾਬੇ ਨੇ ਕਿਹਾ ਵੀ ਇਹ ਲਾਈਨ ਤੇ ਪਿਆਰ ਵਾਲਿਆਂ ਦੀ ਹੈ, ਤੇ ਤੂੰ ਇਸ ਲਾਈਨ ਵਿੱਚ ਕਿਵੇਂ ਖੜਾ ਹੈ? ਜਿਹੜੀ ਦੂਜੀ ਦਿਹਾੜੀਦਾਰ ਵਾਲਿਆਂ ਦੀ ਲਾਈਨ, ਉਹ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਕੋਲੋਂ ਦਿਹਾੜੀ ਲੈ ਰਹੇ ਨੇ, ਉਸ ਲਾਈਨ ਵਿੱਚ ਚਲੇ ਜਾਓ। ਕਹਿਣ ਲੱਗੇ ਨਹੀਂ ਪਾਤਸ਼ਾਹ, ਅੱਜ ਦੀ ਦਿਹਾੜੀ, ਅੱਜ ਦਾ ਦਿਨ ਜਿਹੜਾ ਹੈ ਨਾ, ਇਹ ਤੁਹਾਡੇ ਲੇਖੇ ਹੈ ਮਾਲਕਾ। ਅੱਜ ਮੈਂ ਪੈਸੇ ਲੈਣ ਨਹੀਂ ਆਇਆ, ਅੱਜ ਮੈਂ ਤੁਹਾਡਾ ਪਿਆਰ ਲੈਣ ਵਾਸਤੇ ਆਇਆ। ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਉੱਠੇ ਨੇ, ਇਸ ਬਜ਼ੁਰਗ ਨੂੰ ਆਪਣੀ ਗੱਲ ਵਕੜੀ ਵਿੱਚ ਲੈ ਲਿਆ। ਕਹਿਣ ਲੱਗੇ ਬਜ਼ੁਰਗਾ, ਜਾ ਤੇਰੀ ਜਨਮਾਂ ਜਨਮਾਂਤਰਾਂ ਦੀਆਂ ਗਰੀਬੀਆਂ ਕੱਟੀਆਂ, ਜਾਂ ਤੇਰਾ ਲੋਕ ਪਰਲੋਕ ਸਵਾਰਿਆ, ਤੈਨੂੰ ਸਿੱਖੀ ਦਾਨ ਦਿੱਤਾ। ਗੁਰੂ ਬਾਬੇ ਨੇ ਐਸਾ ਰਹਿਮਤਾਂ ਦਾ ਮੀਂਹ ਵਰਸਾਇਆ, ਇਸ ਬਜ਼ੁਰਗ ਨੂੰ, ਨੂਰੇ ਮੁਸਲਮਾਨ ਨੂੰ ਨਜ਼ਰੀ ਨਜ਼ਰ ਨਿਹਾਲ ਕਰ ਦਿੱਤਾ। ਇਹ ਰਹਿਮਤ ਲੈ ਕੇ ਨਾ ਜੀ ਗੁਰੂ ਬਾਬੇ ਦੇ ਚਰਨਾਂ ਤੇ ਨਮਸਕਾਰ ਕਰਦਾ ਹੋਇਆ ਨਿਹਾਲ ਹੋ ਕੇ ਜਦੋਂ ਬਾਹਰ ਆਇਆ, ਤੇ ਆ ਕੇ ਆਪਣੀ ਖੋਤੀ ਨੂੰ ਖੋਲ ਕੇ ਜਦੋਂ ਤੁਰਨ ਲੱਗਾ ਨਾ, ਖੋਤੀ ਨੂੰ ਖੋਲਣ ਲੱਗਾ ਜੀ, ਇਹਨੂੰ ਇੱਕਦਮ ਮਨ ਵਿੱਚ ਵਿਚਾਰ ਆਈ, ਫਿਰ ਵਾਪਸ ਆ ਗਿਆ। ਬੇਨਤੀ ਵਿੱਚ ਧਿਆਨ ਦਿਓ, ਕੇਵਲ 2 ਮਿੰਟ ਵਾਸਤੇ ਹੈ, ਫਿਰ ਮੈਂ ਸਮਾਪਤੀ ਕਰ ਦੇਣੀ ਹੈ ਜੀ। ਉਹ ਫਿਰ ਵਾਪਸ ਆ ਗਿਆ। ਇੰਨੇ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਉੱਠ ਕੇ ਤੁਰੇ ਆ ਰਹੇ ਸਨ ਪ੍ਰਕਰਮਾਂ ਦੇ ਵੱਲ, ਤੇ ਇਹ ਦੌੜ ਕੇ ਆਇਆ ਸਤਿਗੁਰੂ ਜੀ ਦੇ ਅੱਗੇ ਆ ਕੇ ਫਿਰ ਇਹਨੇ ਹੱਥ ਬੰਨ੍ਹ ਲਏ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਨੂਰਿਆ ਤੂੰ ਤੇ ਚਲਾ ਗਿਆ ਸੀ, ਤੈਨੂੰ ਤੇ ਵੱਡੀਆਂ ਗੁਰੂ ਨਾਨਕ ਘਰ ਵਿੱਚੋਂ ਰਹਿਮਤਾਂ ਮਿਲੀਆਂ, ਕੀ ਰਹਿ ਗਿਆ? ਕਹਿਣ ਲੱਗਾ ਪਾਤਸ਼ਾਹ ਇੱਕ ਮੰਗ ਹੋਰ ਰਹਿ ਗਈ। ਸਾਹਿਬ ਕਹਿੰਦੇ ਕੀ? ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇੱਕ ਮੰਗ ਰਹਿ ਗਈ ਹੈ। ਕਹਿਣ ਲੱਗੇ ਕੀ? ਕਿਹੜੀ ਮੰਗ ਰਹਿ ਗਈ? ਕਹਿੰਦਾ ਪਾਤਸ਼ਾਹ ਮੈਨੂੰ ਤੁਸੀਂ ਬੜਾ ਕੁਝ ਦੇ ਦਿੱਤਾ, ਮੈਨੂੰ ਤੁਸੀਂ ਨਿਹਾਲ ਕਰ ਦਿੱਤਾ। ਕਹਿਣ ਲੱਗਾ ਪਾਤਸ਼ਾਹ ਜਿਹਦੇ ਨਾਲ ਮੈਂ ਲੱਗ ਕੇ ਦਿਨ ਰਾਤ ਸੇਵਾ ਕਮਾ ਰਿਹਾ ਸਾਂ, ਜਿਹਦੇ ਨਾਲ ਲੱਗ ਕੇ ਮੈਂ ਆਪਣੇ ਪਰਿਵਾਰ ਨੂੰ, ਪੁੱਤਰਾਂ ਨੂੰ, ਬੱਚਿਆਂ ਨੂੰ ਪਾਲ ਰਿਹਾ ਸਾਂ, ਮਾਲਕਾ ਕਿਰਪਾ ਕਰ ਮੇਰੀ ਉਹ ਖੋਤੀ ਦਾ ਵੀ ਭਲਾ ਕਰ ਦੇ। ਪਿਆਰਿਓ ਵਿਰਲੇ ਹੁੰਦੇ ਨੇ ਜਿਹੜੇ ਆਪਣੇ ਪਸ਼ੂਆਂ ਦਾ ਵੀ ਭਲਾ ਮੰਗਦੇ ਨੇ, ਆਪਣੇ ਵਾਹਨਾਂ ਦਾ ਵੀ ਭਲਾ ਮੰਗਦੇ ਨੇ। ਮਾਲਕ ਕਿਰਪਾ ਕਰੇ। ਇਹਨੇ ਹੱਥ ਜੋੜ ਕੇ ਬੇਨਤੀ ਕੀਤੀ। ਕਹਿਣ ਲੱਗੇ ਮਾਲਕਾ ਮੈਨੂੰ ਬੜਾ ਕੁਝ ਦੇ ਦਿੱਤਾ, ਕਿਰਪਾ ਕਰੋ ਮੇਰੀ ਖੋਤੀ ਦਾ ਵੀ ਭਲਾ ਕਰ ਦਿਓ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਜਾ ਤੇਰੀ ਖੋਤੀ ਨੂੰ ਵੀ ਨਿਹਾਲ ਕੀਤਾ, ਤੇਰੀ ਖੋਤੀ ਦਾ ਵੀ ਭਲਾ ਕਰ ਦਿੱਤਾ। ਇਹ ਰਹਿਮਤ ਲੈ ਕੇ ਵਾਪਸ ਆਇਆ। ਘਰ ਦੇ ਵਿੱਚ ਗਰੀਬੀਆਂ ਕੱਟੀਆਂ ਗਈਆਂ, ਬੜੀ ਸੋਹਣੀ ਨੇ ਜ਼ਿੰਦਗੀ ਬਤੀਤ ਕੀਤੀ, ਨਾਮ ਬਾਣੀ ਦੀ ਰੰਗਤ ਰਹੀ। ਤੇ ਪਿਆਰਿਓ ਜਿਹੜੀ ਬਾਬੇ ਨੇ ਬਰਕਤ ਦਿੱਤੀ ਨਾ ਜੀ, ਇਹ ਆ ਕੇ 10ਵੇਂ ਜਾਮੇ ਦੇ ਅੰਦਰ ਭਲੀ ਭੂਤ ਪ੍ਰਫੁੱਲਤ ਹੋਈ। ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰ ਤੇ ਜਦੋਂ ਔਰੰਗਜ਼ੇਬ ਦਾ ਪੁੱਤਰ ਮੁਅੱਜ਼ਮ ਬਹਾਦਰ ਸ਼ਾਹ ਬਣ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਇਆ ਨਾ ਆਪਣੀ ਬੇਗਮ ਦੇ ਸਹਿਤ, ਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਧੰਨ ਗੁਰੂ ਰਾਮਦਾਸ ਮਹਾਰਾਜ। ਕਹਿਣ ਲੱਗਾ ਪਾਤਸ਼ਾਹ ਸਾਰੀਆਂ ਸੰਗਤਾਂ ਨੇ ਦਰਸ਼ਨ ਕੀਤੇ, ਨਮਸਕਾਰਾਂ ਕੀਤੀਆਂ, ਮੇਰੀ ਵਾਰੀ ਤੁਸੀਂ ਗੁਰੂ ਰਾਮਦਾਸ ਕਿਉਂ ਕਿਹਾ? ਸਾਹਿਬ ਨੇ ਕਿਹਾ, ਕਹਿੰਦੇ ਇੱਕ ਬਜ਼ੁਰਗ ਬਾਬੇ ਦੀ ਗਾਥਾ ਯਾਦ ਆ ਗਈ ਚੌਥੇ ਜਾਮੇ ਦੀ। ਕਹਿਣ ਲੱਗੇ ਕੀ? ਸਾਰੀ ਗਾਥਾ ਗੁਰੂ ਬਾਬੇ ਨੇ ਸੁਣਾਈ। ਕਹਿਣ ਲੱਗਾ ਪਾਤਸ਼ਾਹ ਠੀਕ ਹੈ ਮਾਲਕਾ, ਉਸ ਬਜ਼ੁਰਗ ਬਾਬੇ ਨੇ ਸੇਵਾ ਕਮਾਈ ਤੇ ਨਿਹਾਲ ਕੀਤਾ, ਸਾਹਿਬ ਨੇ ਰਹਿਮਤਾਂ ਦਿੱਤੀਆਂ, ਮੇਰੇ ਨਾਲ ਉਹਦਾ ਕੀ ਸੰਬੰਧ ਹੈ? ਸਤਿਗੁਰੂ ਹੱਸ ਕੇ ਕਹਿੰਦੇ ਬਹਾਦਰ ਸ਼ਾਹ ਉਹ ਬਜ਼ੁਰਗ ਕੋਈ ਹੋਰ ਨਹੀਂ, ਉਹ ਬਹਾਦਰ ਸ਼ਾਹ ਹੀ ਆਖੋ ਸਤਨਾਮ। ਤੇ ਬਹਾਦਰ ਸ਼ਾਹ ਕਹਿੰਦਾ ਮਾਲਕਾ ਠੀਕ ਹੈ, ਜੇ ਸੇਵਾ ਕਮਾਈ ਤੇ ਮੈਂ ਅੱਜ ਬਹਾਦਰ ਸ਼ਾਹ ਬਣ ਗਿਆ, ਤੇ ਮਾਲਕਾ ਮੈਂ ਖੋਤੀ ਦਾ ਵੀ ਭਲਾ ਮੰਗਿਆ ਸੀ, ਮੇਰੀ ਖੋਤੀ ਦਾ ਕੀ ਬਣਿਆ?
ਗੁਰੂ ਪਾਤਸ਼ਾਹ ਮਹਾਰਾਜ ਮੁਸਕਰਾ ਪਏ, ਕਹਿੰਦੇ ਪਾਤਸ਼ਾਹ ਤੁਸੀਂ ਹੱਸਦੇ ਕਿਉਂ? ਮੈਂ ਤੇ ਇਹੀ ਪੁੱਛਿਆ ਨਾ ਵੀ ਜੇ ਖੋਤੀ ਦਾ ਭਲਾ ਮੰਗਿਆ ਸੀ, ਮੇਰੀ ਖੋਤੀ ਦਾ ਕੀ ਬਣਿਆ? ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਤੇਰੀ ਬੇਗਮ ਜਿਹੜੀ ਤੇਰੇ ਕੋਲ ਬੈਠੀ ਹੈ ਨਾ, ਕਹਿਣ ਲੱਗੇ ਆ ਦੇਖ, ਇਹ ਵੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਦਾ ਭਲਾ ਕੀਤਾ, ਤੇਰੀ ਬੇਗਮ ਬਣੀ ਹੈ, ਇਹਨੂੰ ਰਾਣੀ ਬਣਾਇਆ ਮਾਲਕ ਨੇ। ਅੱਜ ਪਿਆਰਿਓ ਗੁਰੂ ਰਾਮਦਾਸ ਘਰ ਦੀ ਦੀਆਂ ਬਰਕਤਾਂ ਸਾਨੂੰ ਵੀ ਡੰਗਰ ਚਾਰਨ ਵਾਲਿਆਂ ਨੂੰ, ਅੱਜ ਪਸ਼ੂ ਚਾਰਨ ਵਾਲਿਆਂ ਨੂੰ ਮਾਲਕ ਨੇ ਆਪਣੇ ਤਖਤ ਤੇ ਬਿਠਾਇਆ। ਤਪੋ ਭੂਮੀ ਸ੍ਰੀ ਮਾਨ ਸੰਤ ਬਾਬਾ ਅਨੰਤ ਰਾਮ ਜੀ, ਜਿਨ੍ਹਾਂ ਨੇ ਪਿਆਰਿਓ ਇਲਾਕੇ ਭਰ ਦੇ ਅੰਦਰ ਅੱਜ ਸ਼ਹਿਬਰਾਂ ਲਾਈਆਂ ਨੇ, ਤੇ ਅੱਜ ਉਸ ਮਹਾਨ ਗੁਰੂ ਕੇ ਮਹਾਂਪੁਰਖਾਂ ਦੇ ਪਰਿਵਾਰ ਚੋਂ ਦੇਸਾਂ ਵਿਦੇਸਾਂ ਵਿੱਚ ਵਸਦੇ ਹੋਏ ਉਹਨਾਂ ਦੇ ਪਰਿਵਾਰ ਦੇ ਸਿੱਖ ਸੰਗਤਾਂ ਦੇ ਜੀਵ ਅੱਜ ਦੇਸਾਂ ਵਿਦੇਸਾਂ ਦੇ ਵਿੱਚ ਧੰਨ ਬਾਬਾ ਅਨੰਤ ਰਾਮ ਜੀ, ਧੰਨ ਬਾਬਾ ਅਨੰਤ ਰਾਮ ਜੀ ਕਹਿ ਰਹੇ ਨੇ। ਅੱਜ ਉਹਨਾਂ ਦੀ ਬਰਕਤ ਨਾਲ ਪਿਆਰੇ ਉਹਨਾਂ ਦੀ ਤਪੋ ਭੂਮੀ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬਾਂ ਨੂੰ ਮਨਾ ਰਹੇ ਹਾਂ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੇ ਪ੍ਰਕਾਸ਼ ਪੁਰਬਾਂ ਨੂੰ ਮਨਾ ਰਹੇ ਹਾਂ। ਸਾਲਾਨਾ ਜੋੜ ਮੇਲੇ ਦੀ ਸਤਿਗੁਰਾਂ ਦੇ ਪ੍ਰਕਾਸ਼ ਪੁਰਬਾਂ ਦੀਆਂ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਗਲਾ ਸਮਾਂ ਮਹਾਂਪੁਰਖਾਂ ਦੇ ਕੋਲੋਂ ਸਰਵਣ ਕਰੋ। ਸਮੁੱਚੀ ਸੰਗਤ ਦਾ ਧੰਨਵਾਦ, ਮਹਾਂਪੁਰਖਾਂ ਦਾ ਬਾਬਾ ਗੁਰਮੇਲ ਸਿੰਘ ਜੀ ਹੋਣਾ ਦਾ ਧੰਨਵਾਦ, ਸਮੁੱਚੀ ਪ੍ਰਬੰਧਕ ਕਮੇਟੀ ਦਾ ਧੰਨਵਾਦ, ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਜੀ ਦਾ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ